ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਪਹਿਲੇ ਭਾਗ ਦੇ ਵਿੱਚ ਆਪ ਜੀ ਨੇ ਸ਼ਬਦਾਂ ਦੀ ਸਾਂਝ ਪਾਈ ਸੀ ਵੀ ਦੋ ਸ਼ਬਦ ਇਕੱਠੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੱਖੋ ਵੱਖ ਅੰਗ ਦੇ ਉੱਪਰ ਸੁਸ਼ੋਭਿਤ ਆ ਜਾਣ ਤੇ ਉਹਨਾਂ ਦੇ ਵਿੱਚ ਅੰਤਰ ਗੁਰੂ ਸਾਹਿਬ ਜੀ ਨੇ ਰੱਖਿਆ ਹੈ। ਸ਼ਬਦਾਂ ਦੇ ਵਿੱਚ ਪੰਕਤੀਆਂ ਦੇ ਵਿੱਚ ਥੋੜ੍ਹਾ ਥੋੜ੍ਹਾ ਉਚਾਰਨ ਦੇ ਵਿੱਚ ਸ੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਆਪ ਜੀ ਰੋਜ਼ ਰੋਜ਼ਾਨਾ ਪੜ੍ਹਦੇ ਸੁਣਦੇ ਅਤੇ ਦਰਸ਼ਨ ਕਰਦੇ ਹੋ। ਸੋ ਇਹੀ ਸ਼ਬਦ ਹੈ ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। 10 ਅੰਗ ਦੇ ਉੱਤੇ ਸ੍ਰੀ ਰਹਿਰਾਸ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਜਦੋਂ ਸੋ ਪੁਰਖ ਵਾਲਾ ਸ਼ਬਦ ਆਉਂਦਾ ਹੈ, ਇਹ ਅੱਗੇ ਜਾ ਕੇ 348 ਅੰਗ ਦੇ ਉੱਪਰ ਵੀ ਆਉਂਦਾ ਹੈ ਆਸਾ ਰਾਗ ਦੇ ਵਿੱਚ। ਸੋ ਇਹ ਗੁਰੂ ਸਾਹਿਬ ਜੀ ਨੇ ਆਪਣੇ ਮੌਜ ਹੈ ਗੁਰੂ ਸਾਹਿਬ ਜੀ ਦੀ, ਉਹਨਾਂ ਨੇ 2 ਵਾਰੀ ਸ਼ਬਦ ਦੀ ਵਰਤੋਂ ਕੀਤੀ ਹੈ, ਉਚਾਰਿਆ ਹੈ ਅਤੇ ਦੋਵਾਂ ਵਾਰੀ ਹੀ ਸ਼ਬਦਾਂ ਦੇ ਵਿੱਚ ਵੱਖੋ ਵੱਖ ਅੰਤਰ ਰੱਖੇ ਹਨ, ਭੇਦ ਰੱਖੇ ਹਨ ਉਚਾਰਨ ਦੇ ਵਿੱਚ, ਲਿਖਤੀ ਰੂਪ ਦੇ ਵਿੱਚ। ਸੋ ਇਸ ਤਰ੍ਹਾਂ ਇਹ ਵੀਡੀਓ ਤਾਂ ਤਿਆਰ ਕੀਤੀ ਜਾ ਰਹੀ ਹੈ ਵੀ ਜਦੋਂ ਦੂਸਰੀ ਵਾਰੀ ਸ਼ਬਦ ਆਵੇ, ਉਸ ਵਾਰੀ ਦੂਜੀ ਵਾਰੀ ਆਏ ਹੋਏ ਸ਼ਬਦ ਨੂੰ ਪਹਿਲੇ ਵਾਂਗ ਨਹੀਂ ਪੜ੍ਹ ਦੇਣਾ ਜਿਵੇਂ ਰਹਿਰਾਸ ਸਾਹਿਬ ਜੀ ਦੇ ਪਾਠ ਵਿੱਚ ਅਸੀਂ ਪੜ੍ਹ ਦਿੰਦੇ ਹਾਂ। ਸੋ ਇਸ ਤਰ੍ਹਾਂ ਦੂਸਰੀ ਵਾਰੀ ਕੀ ਭੇਦ ਹਨ ਦੋਵਾਂ ਸ਼ਬਦਾਂ ਦੇ ਵਿੱਚ, ਆਪਸੀ ਪੰਕਤੀਆਂ ਜੋ ਭੇਦ ਵਾਲੀਆਂ ਹਨ, ਅੰਤਰ ਹੈ ਜਿਨ੍ਹਾਂ ਦੇ ਵਿੱਚ, ਸੋ ਉਹੀ ਪੰਕਤੀਆਂ ਆਪ ਜੀ ਨਾਲ ਸਾਂਝ ਪਾਉਣੀ ਹੈ। ਸੋ ਸਾਧ ਸੰਗਤ ਜੀ, ਪਹਿਲੀ ਵਾਰ ਜੋ ਭੇਦ ਹੈ, ਪਹਿਲਾਂ ਤਾਂ ਆਉਂਦਾ ਹੈ ਰਾਗ ਆਸਾ ਮਹੱਲਾ ਚੌਥਾ। ਸੋ ਪੁਰਖ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਇਸ ਤਰ੍ਹਾਂ ਇਹ ਭੇਦ ਹੈ। ਤੇ ਦੂਸਰੀ ਵਾਰੀ ਜਦੋਂ ਸ਼ਬਦ ਦੀ ਆਰੰਭਤਾ ਹੁੰਦੀ ਹੈ ਤੇ ਸਿਰਲੇਖ ਆਉਂਦਾ ਹੈ ਆਸਾ ਮਹੱਲਾ ਚੌਥਾ। ਸੋ ਉੱਥੇ ਰਾਗ ਆਸਾ ਇਸ ਤਰ੍ਹਾਂ ਨਹੀਂ ਪੜ੍ਹਨਾ, ਜੋ ਲਿਖਿਆ ਹੈ ਉਹੀ ਪੜ੍ਹਨਾ ਹੈ। ਅਤੇ ਹੋਰ ਨਾਲ ਬੇਨਤੀ ਹੈ ਵੀ ਜਦੋਂ ਵੀ ਆਸਾ ਪੜ੍ਹਨਾ ਹੈ ਇਹਨੂੰ ਪੋਲਾ ਜਿਹਾ ਪੜ੍ਹਨਾ ਹੈ, ਆਸਾ ਨਹੀਂ ਕੱਸ ਕੇ ਕਹਿਣਾ। ਅਤੇ ਜਦੋਂ ਵੀ ਆਵੇ ਸਤਿਗੁਰ ਪ੍ਰਸਾਦ ਹੀ ਬੋਲਣਾ ਹੈ, ਪ੍ਰਸ਼ਾਦ ਨਹੀਂ ਕਹਿਣਾ। ਸੋ ਸਾਧ ਸੰਗਤ ਜੀ, ਪਹਿਲੀ ਪੰਕਤੀ ਹੈ ਜਿਹਦੇ ਵਿੱਚ ਦੋਵਾਂ ਸ਼ਬਦਾਂ ਵਿੱਚ ਅੰਤਰ ਹੈ। ਪੰਕਤੀਆਂ ਦੇ ਵਿੱਚ ਪਹਿਲੀ ਪੰਕਤੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਸੋ ਇਸੇ ਪੰਕਤੀ ਨੂੰ ਜਦੋਂ ਦੂਸਰੀ ਵਾਰੀ ਦਰਸ਼ਨ ਕਰੋਗੇ 348 ਅੰਗ 'ਤੇ ਆਏ ਹੋਏ ਸ਼ਬਦ ਦੇ ਵਿੱਚ, ਉੱਥੇ ਗੁਰੂ ਸਾਹਿਬ ਜੀ ਨੇ ਤੱਤੇ ਦੇ ਦਲੈਂਕੜਾਂ 'ਤੇ ਉੱਤੇ ਟਿੱਪੀ ਲਗਾਈ ਹੋਈ ਹੈ ਅਤੇ ਸ਼ਬਦ ਨੂੰ ਪੜ੍ਹਨਾ ਹੈ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਸੋ ਉਸੇ ਤੱਤੇ ਦੀ ਉੱਤੇ ਟਿੱਪੀ ਨੂੰ ਨੱਕ ਦੇ ਵਿੱਚ ਬੋਲਣਾ ਹੈ, ਆਵਾਜ਼ ਟਿੱਪੀ ਦੀ ਕੱਢਣੀ ਹੈ। ਤੂੰ ਪਾਠ ਪੜ੍ਹਨਾ ਹੈ, ਤੂੰ ਰਹਿਰਾਸ ਸਾਹਿਬ ਦੇ ਵਿੱਚ ਪੜ੍ਹਨਾ ਹੈ ਅਤੇ ਦੂਸਰੀ ਵਾਰੀ ਆ ਜਾਵੇ ਅਤੇ ਉੱਥੇ ਤੂੰ ਸ਼ਬਦ ਪੜ੍ਹਨਾ ਹੈ। ਸੋ ਅਗਲੀ ਪੰਕਤੀ ਹੈ ਸਾਧ ਸੰਗਤ ਜੀ, ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਸੋ ਇਸ ਤਰ੍ਹਾਂ ਜਦੋਂ ਦੂਸਰੀ ਵਾਰੀ ਪੰਕਤੀ ਆਉਂਦੀ ਹੈ ਦੂਸਰੇ ਸ਼ਬਦ ਦੇ ਵਿੱਚ, ਤੇ ਉੱਥੇ ਭੇਦ ਹੈ। ਤੱਤੇ ਦੇ ਥੱਲੇ ਇੱਕ ਹਲੰਤ ਲਗਾਈ ਹੋਈ ਹੈ, ਜਿੰਨੇ ਸਾਧ ਸੰਗਤ ਜੀ ਭਾਰਾ ਕਰਕੇ ਬੋਲਣਾ ਹੈ। ਸੋ ਇਸ ਤਰ੍ਹਾਂ ਜਦੋਂ ਪਹਿਲਾਂ ਆਪਾਂ ਪੜ੍ਹਿਆ ਹੈ ਜਨ ਨਾਨਕ ਤਿਨ ਕੁਰਬਾਣਾ, ਇਹ ਪੋਲਾ ਜਿਹਾ ਪੜ੍ਹਿਆ ਹੈ ਤਿੰਨ। ਇਸੇ ਤਰ੍ਹਾਂ ਜਦੋਂ ਦੂਸਰੀ ਵਾਰੀ ਸ਼ਬਦ ਆਵੇ ਉਹਦੇ ਵਿੱਚ ਪੰਕਤੀ ਪੜ੍ਹਨੀ ਹੈ ਤਿੰਨ ਕੁਰਬਾਣਾ। ਸੋ ਪੰਕਤੀ ਪੂਰੀ ਪੜ੍ਹ ਕੇ ਦੱਸ ਦਿੰਦੇ ਹਾਂ। ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿੰਨ ਕੁਰਬਾਣਾ। ਸੋ ਇਸ ਤਰ੍ਹਾਂ ਤਿੰਨ ਸ਼ਬਦ ਜਿਹੜਾ ਹੈ ਇਹਨੂੰ ਕੱਸ ਕੇ ਬੋਲਣਾ ਹੈ, ਭਾਰਾ ਬੋਲਣਾ ਹੈ। ਸੋ ਇਸ ਤਰ੍ਹਾਂ ਇਹ ਫਰਕ ਹੈ। ਅਤੇ ਸੰਥਿਆ ਦੇ ਵਿੱਚ ਵੀ ਸਾਧ ਸੰਗਤ ਜੀ ਜੋ ਪੁਰਾਤਨ ਉਚਾਰਨ ਹੈ, ਸੋ ਉਹ ਹੈ ਜੋ ਸੇਵ ਹੈ। ਅਤੇ ਹੁਣ ਜੋ ਕਰਾਇਆ ਜਾਂਦਾ ਹੈ ਸੰਥਿਆ ਵਿੱਚ, ਹੁਣ ਨਵੀਨ ਕਈ ਸੰਥਿਆ ਕਰਵਾਉਣ ਵਾਲੇ ਉਸਤਾਦ, ਸੋ ਜੋ ਸੇਵੇ ਪਾਠ ਵੀ ਕਰਾ ਦਿੰਦੇ ਹਨ, ਪਰ ਧਿਆਨ ਰੱਖਣਾ ਹੈ ਵੀ ਹਾਹੇ ਨੂੰ ਲਾ ਨਾ ਲੱਗੇ। ਸੋ ਇਸ ਤਰ੍ਹਾਂ ਜੋ ਸੇਵ ਹੈ ਪਾਠ ਪੜ੍ਹਨਾ ਹੈ। ਸੋ ਅਗਲੀ ਪੰਕਤੀ ਹੈ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ।
ਤਿਨ ਟੂਟੀ ਜਮ ਕੀ ਫਾਸੀ। ਸੋ ਇਸ ਤਰ੍ਹਾਂ ਇਸ ਪੰਕਤੀ ਦੇ ਵਿੱਚ ਸਾਧ ਸੰਗਤ ਜੀ ਤਿੰਨ ਭੇਦ ਅਗਲੇ ਸ਼ਬਦ ਦੇ ਵਿੱਚ ਪੰਕਤੀ ਵਿੱਚ ਆਉਣੇ ਹਨ। ਸੋ ਸ਼ਬਦ ਹੈ ਅਗਲਾ ਆਪ ਜੀ ਦਰਸ਼ਨ ਕਰ ਰਹੇ ਹੋ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮ ਕੀ ਫਾਸੀ। ਸੋ ਪਹਿਲਾਂ ਤਾਂ ਭੇਦ ਹੈ ਸਾਧ ਸੰਗਤ ਜੀ, ਸੇ ਮੁਕਤ ਭਏ ਜਿਨ ਪੋਲਾ ਜਿਹਾ ਹੈ, ਅਤੇ ਨਾਲ ਹੀ ਇੱਥੇ ਸ਼ਬਦ ਦੀ ਵਰਤੋਂ ਹੋਈ ਹੈ। ਜੱਜੇ ਨੂੰ ਬਿਹਾਰੀ ਬੋਲੀ ਹੈ, ਲਿਖੀ ਹੋਈ ਹੈ, ਜੀ ਪਾਠ ਪੜ੍ਹਨਾ ਹੈ। ਅਤੇ ਤੀਸਰਾ ਭੇਦ ਹੈ ਇਸ ਪੰਕਤੀ ਦੇ ਵਿੱਚ, ਤੱਤੇ ਦੇ ਦਲੈਂਕੜ ਟੈਂਕੇ ਬਿਹਾਰੀ, ਟੂਟੀ ਪਾਠ ਪੜ੍ਹਨਾ ਹੈ ਤੱਤੇ ਦੇ ਨਾਲ। ਸੋ ਇਸ ਤਰ੍ਹਾਂ ਜਦੋਂ ਦੂਸਰੀ ਵਾਰੀ ਪੰਕਤੀ ਹੈ ਉਹਦੇ ਵਿੱਚ ਆਪ ਜੀ ਨੇ ਜਿੰਨ ਪਾਠ ਕੱਸ ਕੇ ਪੜ੍ਹਨਾ ਹੈ, ਕਿਉਂਕਿ ਨੰਨੇ ਦੇ ਥੱਲੇ ਹਲੰਤ ਹੈ ਇੱਕ। ਸੋ ਇਸੇ ਤਰ੍ਹਾਂ ਜੱਜੇ ਨੂੰ ਬਿਹਾਰੀ ਦੇ ਨਾਲ ਗੁਰੂ ਸਾਹਿਬ ਜੀ ਨੇ ਊੜੇ ਔਂਕੜ ਰੱਖੀ ਹੈ ਦੂਸਰੀ ਵਾਰੀ, ਜੀਓ ਪਾਠ ਹੈ। ਸੋ ਇਹ ਮਨ 'ਚ ਨਹੀਂ ਰੱਖਣਾ ਵੀ ਜੀਓ ਪਾਠ ਆ ਗਿਆ ਹੈ, ਗਲਤ ਹੈ ਸ਼ਾਇਦ, ਨਹੀਂ। ਸੋ ਇਸੇ ਤਰ੍ਹਾਂ ਹੀ ਹੈ। ਸੋ ਅੱਗੇ ਹੈ ਟੂਟੀ, ਟੈਂਕਾ ਦੀ ਵਰਤੋਂ ਕੀਤੀ ਗਈ ਹੈ ਗੁਰੂ ਸਾਹਿਬ ਜੀ ਵੱਲੋਂ। ਤੱਤੇ ਦੀ ਜਗ੍ਹਾ 'ਤੇ ਟੈਂਕੇ ਦੀ ਆਵਾਜ਼ ਹੀ ਬੋਲਣੀ ਹੈ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ ਤਿਨ ਟੂਟੀ ਜਮ ਕੀ ਫਾਸੀ। ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਹ ਸ਼ਬਦ ਪੜ੍ਹਨਾ ਹੈ। ਸੋ ਅਗਲੀ ਪੰਕਤੀ ਹੈ ਸਾਧ ਸੰਗਤ ਜੀ, ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਸੋ ਇਹੀ ਸ਼ਬਦ ਦੂਸਰੀ ਵਾਰੀ ਜਦੋਂ ਪੰਕਤੀ ਪੜ੍ਹਨੀ ਹੈ ਉਦੋਂ ਫਰਕ ਹੈ। ਜਿਨ ਹਰ ਨਿਰਭਉ ਧਿਆਇਆ ਜੀਓ ਤਿਨ ਕਾ ਭਉ ਸਭ ਗਵਾਸੀ। ਸੋ ਇਸ ਤਰ੍ਹਾਂ ਸਭ ਨੂੰ ਹੀ ਕੱਸ ਕੇ ਬਹੁਤਾ ਨਹੀਂ ਬੋਲਣਾ। ਅਤੇ ਇਹਨਾਂ ਸ਼ਬਦ ਪੰਕਤੀਆਂ ਦੇ ਵਿੱਚ ਦੋਵਾਂ ਵਿੱਚ ਅੰਤਰ ਸਿਰਫ ਇੰਨਾ ਹੈ ਵੀ ਉਸੇ ਤਰ੍ਹਾਂ ਹੀ ਦੱਸਿਆ ਜਿਵੇਂ ਪਹਿਲਾਂ ਜੱਜੇ ਨੂੰ ਸਿਆਰੀ ਨੰਨੇ ਦੇ ਥੱਲੇ ਹਲੰਤ ਲਗਾਈ ਹੋਈ ਹੈ, ਭਾਰਾ ਬੋਲਣਾ ਹੈ ਅਤੇ ਜੀਓ ਪਾਠ ਪੜ੍ਹਨਾ ਹੈ। ਅਤੇ ਸਾਧ ਸੰਗਤ ਜੀ ਅਗਲਾ ਜੋ ਪੰਕਤੀ ਆਪ ਜੀ ਦਰਸ਼ਨ ਕਰ ਰਹੇ ਹੋ ਅਗਲੀ ਪੰਕਤੀ ਦੇ, ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੋ ਇਸੇ ਪੰਕਤੀ ਨੂੰ ਜਦੋਂ ਦੂਸਰੇ ਸ਼ਬਦ 'ਚ ਪੜ੍ਹਨਾ ਹੈ ਉਦੋਂ ਹਲੰਤ ਲੱਗੀ ਹੋਈ ਹੈ ਉਸੇ ਤਰ੍ਹਾਂ ਹੀ ਜਿਵੇਂ ਪਹਿਲੇ ਪੜ੍ਹੇ ਹਨ। ਜਿਨ ਸੇਵਿਆ ਮੇਰਾ ਹਰ ਜੀਓ ਤੇ ਹਰ ਹਰ ਰੂਪ ਸਮਾਸੀ। ਪਹਿਲੀ ਵਾਰੀ ਸਾਧ ਸੰਗਤ ਜੀ ਜਿਨ ਪਾਠ ਪੁੱਲਾ ਜਾ ਪੜ੍ਹਨਾ ਹੈ ਅਤੇ ਦੂਸਰੀ ਵਾਰੀ ਜਿਨ ਪਾਠ ਕੱਸ ਕੇ ਬੋਲਣਾ ਹੈ। ਸੋ ਧਿਆਨ ਰੱਖਣਾ ਹੈ ਉੱਤੇ ਟਿੱਪੀ ਨਾ ਲੱਗ ਜਾਵੇ ਜੱਜੇ ਦੇ ਨਾਲ ਸਿਆਰੀ ਦੇ। ਸੋ ਇਸ ਤਰ੍ਹਾਂ ਜੀਓ ਪਾਠ ਦਾ ਅੰਤਰ ਹੈ ਅਤੇ ਜੱਜੇ ਦੇ ਥੱਲੇ ਜੋ ਹਲੰਤ ਹੈ ਇਹ ਕੱਸ ਕੇ ਬੋਲਣ ਦਾ ਵਾਚਕ ਹੈ। ਸੋ ਇਸੇ ਤਰ੍ਹਾਂ ਅਗਲੀ ਪੰਕਤੀ ਦੇ ਆਪ ਜੀ ਦਰਸ਼ਨ ਕਰ ਰਹੇ ਹੋ। ਸੇ ਧੰਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਸੋ ਇਸੇ ਪੰਕਤੀ ਨੂੰ ਇਹਦੇ ਵਿੱਚ ਸਾਧ ਸੰਗਤ ਜੀ ਇੱਕੋ ਅੰਤਰ ਹੈ, ਭੇਦ ਹੈ। ਸੇ ਧੰਨ ਜਿਨ ਹਰ ਧਿਆਇਆ ਜੀਓ ਜਨ ਨਾਨਕ ਤਿਨ ਬਲ ਜਾਸੀ। ਸੋ ਧੰਨ ਪਾਠ ਵੀ ਨਹੀਂ ਪੜ੍ਹਨਾ, ਉੱਤੇ ਟਿੱਪੀ ਲੱਗੀ ਹੋਈ ਹੈ, ਇਹਦੀ ਆਵਾਜ਼ ਵੀ ਕੱਢਣੀ ਹੈ ਧੰਨ ਨੱਕ ਦੇ ਵਿੱਚ। ਸੋ ਜੀਓ ਦਾ ਫਰਕ ਹੈ। ਸੇ ਧੰਨ ਜਿਨ ਹਰ ਧਿਆਇਆ ਜੀਓ। ਸੋ ਪਹਿਲੀ ਪੰਕਤੀ ਵਿੱਚ ਜੀ ਹੈ ਅਤੇ ਦੂਸਰੀ 'ਚ ਜੀਓ ਹੈ। ਸੋ ਅਗਲੀ ਪੰਕਤੀ ਸਾਧ ਸੰਗਤ ਜੀ ਆਪ ਜੀ ਦਰਸ਼ਨ ਕਰ ਰਹੇ ਹੋ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ। ਸੋ ਇਸ ਤਰ੍ਹਾਂ ਇਸ ਪੰਕਤੀ ਦੇ ਵਿੱਚ ਇੱਕ ਵਾਰੀ ਬੱਬੇ ਨੂੰ ਸਿਆਰੀ ਹੈ ਅਤੇ ਦੂਸਰੀ ਵਾਰੀ ਲਾਂ ਹੈ। ਸੋ ਬੇਅੰਤ ਪਾਠ ਪੜ੍ਹਨਾ ਹੈ ਅਤੇ ਦੂਸਰੀ ਵਾਰੀ ਬੇਅੰਤਾ ਪੜ੍ਹਨਾ ਹੈ। ਇਕੱਠਾ ਪਾਠ ਪੜ੍ਹਨਾ ਹੈ, ਬੱਬੇ ਨੂੰ ਲਾਂ ਲੰਮੀ ਬੋਲਣੀ ਹੈ। ਸੋ ਇਹੋ ਹੀ ਪੰਕਤੀ ਦੂਸਰੇ ਸ਼ਬਦ ਦੇ ਵਿੱਚ ਜਦੋਂ ਆਵੇ ਉਦੋਂ ਗੁਰੂ ਸਾਹਿਬ ਜੀ ਨੇ ਜਿਵੇਂ ਪਹਿਲੀ ਪੰਕਤੀ ਵਿੱਚ ਸਿਹਾਰੀ ਵਰਤੀ ਸੀ, ਉਹ ਸਿਹਾਰੀ ਦੀ ਜਗ੍ਹਾ 'ਤੇ ਦੋਵੇਂ ਹੀ ਲਾਵਾਂ ਲੱਗੀਆਂ ਹੋਈਆਂ ਹਨ, ਬੱਬੇ ਨੂੰ ਲਾਂ ਹੈ। ਸੋ ਸ਼ਬਦ ਦੀ ਪੰਕਤੀ ਹੈ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤਾ। ਸੋ ਇਹ ਪਾਠ ਦਾ ਅੰਤਰ ਆਪ ਜੀ ਨੇ ਸਮਝਣਾ ਹੈ। ਸੋ ਅਗਲੀ ਪੰਕਤੀ ਹੈ, ਤੇਰੇ ਅੰਦੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ।
ਸੋ ਸਿਮਰਤ ਪਾਠ ਪੋਲਾ ਪੜ੍ਹਨਾ ਹੈ, ਸਿਮਰਤ ਪਾਠ ਨਹੀਂ ਕਰਨਾ। ਸੋ ਇਹੀ ਪੰਕਤੀ ਦੂਸਰੇ ਸ਼ਬਦ ਦੇ ਵਿੱਚ ਆਵੇ ਤੇ ਗੁਰੂ ਸਾਹਿਬ ਜੀ ਨੇ ਟਿੱਪੀ ਦਾ ਅੰਤਰ ਰੱਖਿਆ ਹੈ ਸਿਮਰਤ ਪਾਠ ਦੇ ਵਿੱਚ। ਸੋ ਪੰਕਤੀ ਹੈ, ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ। ਸੋ ਸਿਮਰਤ ਪਾਠ ਹੈ, ਨੱਕ ਦੇ ਵਿੱਚ ਆਵਾਜ਼ ਕੱਢਣੀ ਹੈ, ਟਿੱਪੀ ਦੀ ਬੋਲਣੀ ਹੈ, ਵਿੱਚ ਸਾਧ ਸੰਗਤ ਜੀ ਛੱਡਣੀ ਨਹੀਂ। ਸੋ ਇਸ ਤਰ੍ਹਾਂ ਟਿੱਪੀ ਦਾ ਫਰਕ ਹੈ। ਸੋ ਇਸ ਤਰ੍ਹਾਂ ਇਸ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਆਪ ਜੀ ਨੇ ਸਮਝਿਆ ਹੈ। ਸੋ ਅਗਲੇ ਤੀਸਰੇ ਭਾਗ ਵੀਡੀਓ ਦੇ ਵਿੱਚ ਸੋ ਅਗਲੇ ਸ਼ਬਦਾਂ ਦੇ ਬਾਰੇ ਆਪ ਜੀ ਨਾਲ ਸਾਂਝ ਪਾਵਾਂਗੇ ਵੀ ਹੋਰ ਕਿਹੜੇ ਸ਼ਬਦ ਹਨ ਜੋ 2 ਵਾਰੀ ਆਉਂਦੇ ਹਨ ਅਤੇ 3 ਵਾਰੀ ਆਉਂਦੇ ਹਨ। ਸੋ ਵੀਡੀਓ ਨੂੰ ਦੇਖਣ ਵਾਸਤੇ, ਸੁਣਨ ਵਾਸਤੇ ਆਪ ਜੀ ਦਾ ਧੰਨਵਾਦ ਹੈ। ਸੋ ਇਸ ਵੀਡੀਓ ਨੂੰ ਅੱਗੇ ਹੋਰ ਸੰਗਤਾਂ ਤੱਕ ਪਹੁੰਚਾਓ ਤਾਂ ਜੋ ਹੋਰ ਸੰਗਤਾਂ ਵੀ ਲਾਹਾ ਪ੍ਰਾਪਤ ਕਰ ਸਕਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।